أنعم بغراس الأخلاق لا ريد صاغت أخلاقي ضيف النور بجنتها في كتاب الخلاق। अस्सलामुअलैकुम रहमतुल्लाहि बरकातुहू जी। कई लोग मेरे फ्रेंड्स एंड फैमिली कह रहे ने जी तुसी पंजाबी च वीडियो बनाओ और अपने कंटेंट विच कुछ फनी जिहा ऐड करो। तो असीं सोचिया कि असीं अज पंजाबी च वीडियो बनाने आ, तो फिर तुसी सानूं दसना कि पंजाबी च बनाइए या उर्दू च बनाइए। भी सारे कह रहे पाकिस्तान की भी एक परिभाषा होनी चाहिए। तो मैं कहा जी उन्होंने कोल तो बड़ा तजर्बा है, असीं कोशिश कर सकते हैं। असीं आने जी हुण अपनी रैसिपी वल। असीं अज बनावांगे दम कीमा। यह मेरी अपनी बनाई रेसिपी है क्योंकि मेरी फैमिली कीमा बहुत पसंद करती है, तो मैं उन्होंने पुट्ठे सीधे तरीके नाल पकाती रहनी हाँ। तो अज वास्ते असीं लाँगे जी 1 2 3 ते 4 चमचे तुसीं लै लोगे जी दही दे। फिर तुहानूं अगर घट लगे तो तुसीं होर पा लेना। इस तो बाद असीं लाँगे जी 1 चाय का चम्मच नमक, 1 चाय का चम्मच पिसी लाल मिर्च, चौथाई चाय का चम्मच कुटी लाल मिर्च, चौथाई चाय का चम्मच हल्दी, चौथाई तो भी थोड़ी जी घट ही पावांगे असी पीसी हुई काली मिर्च, तो 1 चम्मच असी पावांगे जी सुक्का धनिया। इनू असी पावांगे इहदे विच अच्छे तरीके नाल। फिर असी इनू अच्छे तरीके नाल मिक्स करना है जी। इनू असी अच्छे तरीके नाल मिक्स करांगे जी ताकि इहदे विच मिक्स हो जाए। इन्हू मिक्स करने तो बाद असी पावांगे इहदे च 2 खाने के चम्मच अदरक लहसुन का पेस्ट। यह घर का बनया हुआ है, इस वास्ते तुहानूं पतला लग रहा। बाजार का इन्ना इस्तेमाल ना करना, वरना वो ना है तुहाडे घर वाले हांडियां लैके मेरे घर ही आ जान। ए लो जी, ਇਹ ਅਸੀਂ ਇਹਨੂੰ ऐड कर दे। ਇਹਦੇ ਵਾਸਤੇ ਤੁਸੀਂ 5 ਤੋਂ 6 ਜਿਵੇਂ ਲਹਿਸਨ ਦੇ ਲੈ ਲਓ ਤੇ 2 ਟੁਕੜੇ ਇੰਚ ਦਾ ਟੁਕੜਾ ਜਿਹੜਾ ਅਦਰਕ ਦਾ ਲੈ ਲਓ। ਠੀਕ ਹੈ ਜੀ। ਇਸ ਤੋਂ ਬਾਅਦ ਅਸੀਂ 2 ਟਮਾਟਰਾਂ ਦੀ ਪਿਓਰੀ ਬਣਾ ਲਈਏ, ਉਹਨੂੰ ਅਸੀਂ ਇਹਦੇ ਵਿੱਚ ਪਾ ਦੇਵਾਂਗੇ। ਉਹਨੂੰ ਅਸੀਂ ਫਿਰ ਇੱਕ ਵਾਰੀ ਅੱਛੀ ਤਰ੍ਹਾਂ ਮਿਕਸ ਕਰਾਂਗੇ। ਇਹ ਲਓ ਜੀ, ਮਿਕਸ ਕਰਨ ਤੋਂ ਬਾਅਦ ਸਾਡੇ ਕੋਲ ਜੀ 3 ਪਾਉ ਕੀਮਾ ਹੈ। 3 ਪਾਉ ਕੀਮਾ ਅਸੀਂ ਇਹਦੇ ਅੰਦਰ डाल ਦਾਂਗੇ ਅੱਛੇ ਤਰੀਕੇ ਨਾਲ। ਕਈ ਲੋਕ ਕਹਿੰਦੇ ਜੀ ਤੁਹਾਡੀ ਆਵਾਜ਼ ਨਹੀਂ ਆਉਂਦੀ। ਹੁਣ ਜਿੰਨੀ ਮੇਰੀ ਆਵਾਜ਼ ਹੈ ਉਨਾ ਤੇ ਮੈਂ ਬੋਲ ਲੈਂਦੀ ਹਾਂ। ਉਸ ਤੋਂ ਬਾਅਦ ਇੱਕ ਸਪੈਚੂਲਾ ਦੀ ਮਦਦ ਨਾਲ ਤੁਸੀਂ ਇਹਨੂੰ ਮਿਕਸ ਕਰ ਦੋਗੇ ਅੱਛੇ ਤਰੀਕੇ ਨਾਲ ਦਹੀਂ ਦੇ ਵਿੱਚ। ਤੇ ਇਸ ਤੋਂ ਬਾਅਦ ਤੁਸੀਂ ਕਮ ਸੇ ਕਮ 1 ਘੰਟਾ ਇਹਨੂੰ ਛੋੜ ਦਿਓਗੇ। ਇਹਨੂੰ ਤੁਸੀਂ ਫ੍ਰਿਜ 'ਚ ਛੋੜਨਾ, ਹਜੇ ਗਰਮੀ ਹੈਗੀ। ਹੁਣ ਉਹ 1 ਘੰਟੇ 'ਚ ਜਿਹੜਾ ਤੁਹਾਡਾ ਮਸਾਲਾ ਬੂ ਹੀ ਨਾ ਛੱਡ ਦੇਵੇ। ਇਹ ਲਓ ਜੀ, ਅੱਛੀ ਤਰ੍ਹਾਂ ਅਸੀਂ ਇਹਨੂੰ ਮਿਕਸ ਕਰ ਦਿੱਤਾ। ਹੁਣ ਤੇ 1 ਘੰਟੇ ਵਾਸਤੇ ਅਸੀਂ ਹੁਣ ਇਹਨੂੰ ਫ੍ਰਿਜ 'ਚ ਰੱਖ ਦਾਂਗੇ। ਜਿੰਨੀ ਦੇਰ 'ਤੇ ਸਾਡਾ ਕੀਮਾ ਮੈਰੀਨੇਟ ਹੋ ਰਿਹਾ, ਅਸੀਂ ਇੰਨੀ ਦੇਰ 'ਚ ਆਪਣੇ ਵਾਸਤੇ 1 ਕੱਪ ਕੜਕ ਚਾਹ ਦਾ ਬਣਾ ਲੈਂਦੇ ਹਾਂ। ਉਹਦੇ ਵਾਸਤੇ ਅਸੀਂ 1 ਕੱਪ ਰੱਖ ਦਾਂਗੇ ਪਾਣੀ ਦਾ, ਕਿਉਂਕਿ ਅਸੀਂ ਪੀਂਦੇ ਹਾਂ ਖੁਸ਼ਕ ਦੁੱਧ ਦੀ ਚਾਹ। ਤੇ ਇਹਦੇ 'ਚ ਉਬਾਲ ਆਉਣ ਦਿਆਂਗੇ ਤੇ ਫਿਰ ਅਸੀਂ ਪਾਵਾਂਗੇ ਪੱਤੀ। ਚਲੋ ਜੀ, ਪਾਣੀ 'ਚ ਉਬਾਲ ਆਉਣ ਤੱਕ ਅਸੀਂ ਲਾਂਗੇ ਕੜਾਹੀ 'ਚ ਅਸੀਂ ਆਇਲ ਲਾਵਾਂਗੇ ਕਮ ਸੇ ਕਮ ਪੌਣਾ ਕੱਪ, ਕਿਉਂਕਿ ਕੀਮਾ ਜੋ ਹੈ ਨਾ ਉਹ ਆਇਲ ਜ਼ਿਆਦਾ ਪੀਂਦਾ ਹੈ। ਇਹਦੇ 'ਚ ਅਸੀਂ ਪਾਵਾਂਗੇ ਪਿਆਜ਼, ਔਰ ਪਿਆਜ਼ਾਂ ਨੂੰ ਅਸੀਂ ਚੰਗਾ ਭਲਾ ਤੜਫਾਣਾ ਇਹਦੇ ਵਿੱਚ। ਜਦੋਂ ਪਿਆਜ਼ ਤੜਫਣ ਲੱਗ ਜਾਣਗੇ ਨਾ, ਇਹਨਾਂ ਦਾ ਰੰਗ ਨਹੀਂ ਅਸੀਂ ਕਾਲਾ ਕਰਨਾ, ਸਿਰਫ ਇਹਨਾਂ ਨੂੰ ਚਿੱਟਾ ਚਿੱਟਾ ਫਰਾਈ ਕਰਨਾ। ਔਰ ਪਿਆਜ਼ਾਂ ਦੇ ਨਾਲ ਹੀ ਅਸੀਂ ਪਾ ਦਾਂਗੇ ਥੋੜ੍ਹੇ ਸਾਬੁਤ ਮਸਾਲੇ, ਜਿਹਦੇ 'ਚ ਅਸੀਂ 5-6 ਪਾਈ ਕਾਲੀ ਮਿਰਚ ਸਾਬਤ, 3-4 ਲੌਂਗ ਪਾਏ, 1-2 ਸਟਿਕ ਦਾਲਚੀਨੀ ਦੀ ਪਾਈ ਤੇ 1 ਮੋਟੀ ਇਲਾਚੀ ਪਾਈ ਹੈ। ਇਹ ਲਓ ਜੀ, ਚਾਹੇ ਪਾਣੀ ਨੂੰ ਉਬਾਲਾ ਆ ਗਿਆ। ਇਹਦੇ 'ਚ ਪਾਵਾਂਗੇ ਅਸੀਂ ਪੱਤੀ ਵੀ, ਅਸੀਂ ਆਪਣੀ ਪੱਤੀ 'ਚ ਇਲਾਚੀ ਤੇ ਸੌਂਫ ਜ਼ਰੂਰ ਪਾਉਂਦੇ ਹਾਂ। ਹੁਣ ਸਾਡਾ ਕਾਵਾ ਤਿਆਰ ਹੋ ਜਾਏਗਾ। ਇਹਦੇ 'ਚ ਸਾਡੇ ਚਿਕਨ ਵੀ ਮੈਰੀਨੇਟ ਹੁੰਦੇ ਟਾਈਮ ਹੋ ਜਾਏਗਾ। ਕਾਵੇ ਦੇ ਨਾਲ ਦੇਖੋ ਤੁਸੀਂ ਸਾਡਾ ਪਿਆਜ਼ ਵੀ ਜਿਹੜਾ ਪੱਕ ਰਿਹਾ। ਇਹਨੂੰ ਅਸੀਂ ਹਲਕਾ ਜਿਹਾ ਬਰਾਊਨ ਕਰਨਾ ਹੈ, ਬਿਲਕੁਲ ਗਾੜਾ ਬਰਾਊਨ ਨਹੀਂ ਕਰਨਾ ਕਿ ਤੁਸੀਂ ਪੁਲਾਓ ਵਾਲਾ ਹੀ ਬਰਾਊਨ ਕਰ ਦਿਓ ਉਹਨੂੰ। ਇਹ ਲਓ ਜੀ, ਕਾਵਾ ਸਾਡਾ ਰੈਡੀ ਹੈ। ਇਹਨੂੰ ਅਸੀਂ ਚਾਹ ਕੱਪ ਵਿੱਚ ਪਾ ਲਾਂਗੇ। ਤੁਸੀਂ ਜਨਾਬ ਇਹਦੇ ਚੀਨੀ ਪਾ ਸਕਦੇ। ਮੈਂ ਚੂँकि ਫਿੱਕੀ ਚਾਹ ਪੀਣੀ ਆ, ਇਸ ਵਾਸਤੇ ਮੈਂ ਇਹਦੇ ਚੀਨੀ ਨਹੀਂ ਪਾਈ। ਇਹ ਲਓ ਜੀ, ਇਹਦੇ 'ਚ ਅਸੀਂ ਪਾਇਆ ਹੈ ਐਵਰੀਡੇ। ਇਹਨੂੰ ਅੱਛੇ ਤਰੀਕੇ ਨਾਲ ਮਿਕਸ ਕਰਾਵਾਂਗੇ ਤੇ ਨਾਲ ਸਾਡਾ ਖਾਣਾ ਪੱਕੇਗਾ, ਨਾਲ ਅਸੀਂ ਚਾਹ ਪੀਵਾਂਗੇ। ਇਹ ਦੇਖੋ ਜੀ, ਸਾਡੇ ਪਿਆਜ਼ ਦਾ ਬਸ ਇੰਨਾ ਕੁ ਕਲਰ ਆਉਣਾ ਚਾਹੀਦਾ। ਇਹ ਦੇਖੋ, ਇਹ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ। ਇਹ ਦੇਖੋ, ਇਹ ਬਸ ਇਸ ਤੋਂ ਜ਼ਿਆਦਾ ਅਸੀਂ ਇਹਨੂੰ ਬਰਾਊਨ ਨਹੀਂ ਕਰਨਾ। ਹੁਣ ਇਹ ਬਰਾਊਨ ਹੋ ਗਿਆ ਹੈ। ਤੇ ਇਹ ਜਿਹੜਾ ਕੀਮਾ ਅਸੀਂ ਦਹੀਂ ਦੇ ਵਿੱਚ ਮੈਰੀਨੇਟ ਕੀਤਾ ਸੀ, ਤਕਰੀਬਨ ਅੱਧੇ ਘੰਟੇ ਤੋਂ ਉੱਪਰ ਹੋ ਗਏ। ਇਹਨੂੰ ਅਸੀਂ ਇਹਦੇ ਅੰਦਰ ਡਾਲ ਦਾਂਗੇ। ਇਹਨੂੰ ਅੱਛੀ ਤਰ੍ਹਾਂ ਅਸੀਂ ਡਾਲ ਲਾਂਗੇ।
ਇਹਦੇ ਵਿੱਚ ਮਸਾਲੇ ਕਿਉਂਕਿ ਸਾਰੇ ਦੇ ਵਿੱਚ ਪਏ ਹੋਏ ਨੇ, ਲੇਕਿਨ ਅਸੀਂ ਭੁੰਨਣ ਲੱਗੇ ਇੱਕ ਦਫਾ ਫਿਰ ਚੈੱਕ ਕਰ ਲਾਂਗੇ ਕਿ ਮਸਾਲੇ ਦੀ ਕਮੀ ਨਾ ਹੋਏ। ਨਮਕ ਮਿਰਚ ਜੋ ਕੁਝ ਵੀ ਕੰਮ ਹੋਏਗਾ ਉਹ ਅਸੀਂ ਡਾਲ ਲਾਂਗੇ। ਇਹਨੂੰ ਅਸੀਂ ਅੱਛੇ ਤਰੀਕੇ ਨਾਲ ਮਿਕਸ ਕਰਾਂਗੇ। ਹੁਣ ਐਸੀ ਦਹੀਂ ਦੇ ਪਾਣੀ ਦੇ ਵਿੱਚ ਨਾ ਇਹ ਕੀਮਾ ਜਿਹੜਾ ਸਾਡਾ ਅੱਛੇ ਤਰੀਕੇ ਨਾਲ ਗਲ ਜਾਏਗਾ। ਇਹਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਅਸੀਂ ਕਮ ਸੇ ਕਮ 15 ਤੋਂ 20 ਮਿੰਟ ਤੱਕ ਛੋੜ ਦਿੰਦੇ ਹਾਂ ਢੱਕਣ ਦੇ ਕੇ। ਔਰ ਜਿੰਨੀ ਦੇਰ 'ਚ ਸਾਡਾ ਕੀਮਾ ਗਲੇਗਾ ਉਨੀ ਦੇਰ ਅਸੀਂ ਆਪਣੀ ਚਾय ਪੀਨੇ। ਚਲੋ ਜੀ, ਇਸ ਟਾਈਮ ਸਾਡੇ ਪੂਰੇ ਘਰ ਵਿੱਚ ਇਸ ਕੀਮੇ ਦੀ ਖੁਸ਼ਬੂ ਫੈਲ ਚੁੱਕੀ ਔਰ ਮੈਂ ਤੁਹਾਨੂੰ ਦਿਖਾਵਾਂਗੀ। ਇਹ ਦੇਖੋ ਕੀਮੇ ਨੇ ਆਪਣਾ ਪਾਣੀ ਆਪ ਹੀ ਛੋੜ ਦਿੱਤਾ, ਦਹੀਂ ਦਾ ਤੇ ਕੀਮੇ ਦਾ। ਪਹਿਲੇ ਅਸੀਂ ਇਹਨੂੰ ਹਲਕੀ ਅੱਗ ਤੇ ਪਕਾਇਆ 15 ਤੋਂ 20 ਮਿੰਟ, ਹੁਣ ਅਸੀਂ ਇਹਨੂੰ ਤੇਜ਼ ਅੱਗ ਤੇ ਪਕਾਵਾਂਗੇ ਤਾਂ ਕਿ ਆਪਣੇ ਹੀ ਪਾਣੀ ਦੇ ਅੰਦਰ ਇਹ ਕੀਮਾ ਗਲ ਜਾਏ। ਉਸ ਤੋਂ ਬਾਅਦ ਅਸੀਂ ਇਹਦੀ ਭੁਨਾਈ ਸ਼ੁਰੂ ਕਰ ਦਾਂਗੇ। ਔਰ ਇਹ ਕੀਮਾ ਇਸ ਕਦਰ ਟੇਸਟੀ ਪਕਦਾ, ਇਸ ਕਦਰ ਟੇਸਟੀ ਪਕਦਾ ਕਿ ਯਕੀਨ ਕਰੋ ਬਹੁਤ ਹੀ ਮਜ਼ੇ ਦਾ ਬਣਦਾ। ਮੇਰੀ ਬਰਾਉਨੀਜ਼ ਤੇ ਕੈਮਰਾਮੈਨ ਸਾਹਿਬ ਦੇ ਮੂੰਹ 'ਚ ਪਾਣੀ ਆ ਗਿਆ, ਉਹਨਾਂ ਦਾ ਦਿਲ ਸੀ ਕਿ ਕੈਮਰਾ ਹੀ ਬੰਦ ਹੋਏ ਤਾਂ ਗਰਮ ਗਰਮ ਬਰਾਉਨੀ ਖਾ ਲੈਣ। ਤੇ ਤੁਸੀਂ ਮੇਰੀ ਕੜਾਹੀ ਨੂੰ, ਮੇਰੀ ਬਰਾਉਨੀਜ਼ ਨੂੰ, ਮੇਰੇ ਕੁਨਾਫਾ ਨੂੰ ਬਹੁਤ ਪਸੰਦ ਕੀਤਾ। ਤੁਹਾਡੇ ਪਸੰਦ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਐਸੀ ਤਰ੍ਹਾਂ ਤੁਸੀਂ ਪਸੰਦ ਕਰਦੇ ਰਹੋ। ਮੇਰੇ ਚੈਨਲ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਲਾਈਕ ਕਰੋ। ਦੇਖੋ ਜੀ, ਸਾਡਾ ਕੀਮਾ ਆ ਗਿਆ ਹੁਣ ਭੁਨਾਈ ਤੇ ਹੁਣ ਉਹਨੇ ਤੜਫਣ ਲੱਗ ਗਿਆ। ਅਸੀਂ ਇਹਨੂੰ ਮਜ਼ੀਦ ਤੜਫਾਣਾ ਨਹੀਂ, ਅਸੀਂ ਇਹਦੀ ਆਂਚ ਕਰ ਦਾਂਗੇ ਆਹਿਸਤਾ, ਕਿਉਂਕਿ ਆਹਿਸਤਾ ਆਂਚ ਦੀ ਭੁਨਾਈ ਹੋਏਗੀ। ਇਸ ਟਾਈਮ ਅਸੀਂ ਇਹਦੇ ਅੰਦਰ ਪਾਵਾਂਗੇ, ਅਸੀਂ ਇੱਕ ਨਿੰਬੂ ਦੇ ਸਲਾਈਸ ਲਏ ਨੇ, 2 ਤੋਂ 3 ਛੋਟੀ ਕਟੀ ਹਰੀ ਮਿਰਚ ਲਈ ਔਰ ਥੋੜਾ ਜਿਹੀ ਸੁੱਕੀ ਮੇਥੀ ਲਈ। ਇਹਨੂੰ ਅਸੀਂ ਇਹਦੇ ਵਿੱਚ ਪਾ ਦਾਂਗੇ ਔਰ ਇਹਦੇ ਉੱਤੇ 2 ਤੋਂ 3 ਮਿੰਟ ਅਸੀਂ ਢੱਕਣ ਦੇ ਦਾਂਗੇ ਤਾਂ ਕਿ ਇਹਨਾਂ ਚੀਜ਼ਾਂ ਦੀ ਖੁਸ਼ਬੂ ਇਹਦੇ ਅੰਦਰ ਅੱਛੀ ਤਰ੍ਹਾਂ ਆ ਜਾਏ। ਔਰ ਉਸ ਤੋਂ ਬਾਅਦ ਅਸੀਂ ਇਹਦੀ ਭੁਨਾਈ ਸ਼ੁਰੂ ਕਰਾਂਗੇ। ਜਿਸ ਦਾ ਢੱਕਣ ਉਠਾ ਕੇ ਹੁਣ ਅਸੀਂ ਇਹਦੀ ਭੁਨਾਈ ਸ਼ੁਰੂ ਕਰਾਂਗੇ। ਇਸ ਕੀਮੇ ਦੇ ਨਾਲ ਅੰਦਰ ਖਟਾਸ ਆਏਗੀ। ਵੈਸੇ ਤੇ ਚੂੰਕਿ ਅਸੀਂ ਇਹਨੂੰ ਕੀਮੇ ਦਹੀਂ ਦੇ ਵਿੱਚ ਮੈਰੀਨੇਟ ਕੀਤਾ ਹੋਇਆ, ਇਹਦੀ ਖਟਾਸ ਸਹੀ ਆ ਜਾਏਗੀ। ਹੁਣ ਤੁਸੀਂ ਹੋ ਜਾਓ ਚੌਕਸ ਤੇ ਕਰ ਲਓ ਫੋਕਸ ਔਰ ਕਰੋ ਇਹਦੀ ਭੁਨਾਈ। ਚਲੋ ਜੀ, ਕੀਮੇ 'ਚ ਵੈਸੇ ਵੀ ਆਇਲ ਥੋੜਾ ਜ਼ਿਆਦਾ ਪੈਂਦਾ ਕਿਉਂਕਿ ਕੀਮਾ ਆਇਲ ਛੋੜਦਾ ਨਹੀਂ ਹੈ। ਕੀਮਾ ਜਿਹੜਾ ਨਾ ਆਇਲ ਨੂੰ ਜਜ਼ਬ ਕਰ ਲੈਂਦਾ ਆਪਣੇ ਅੰਦਰ। ਅਗਰ ਤੁਸੀਂ ਕਮ ਕੀਮਾ ਪਾਓਗੇ ਤਾਂ ਭੁਨਾਈ ਨਹੀਂ ਹੋਏਗੀ ਠੀਕ ਤਰ੍ਹਾਂ। ਇਸ ਤੁਹਾਨੂੰ ਜ਼ਿਆਦਾ ਮਿਕਦਾਰ ਦੇ ਅੰਦਰ ਆਇਲ ਪਾਉਣਾ ਪਏਗਾ। ਇਸ ਪੁਆਇੰਟ ਤੇ ਆ ਕੇ ਤੁਸੀਂ ਦਾ ਨਮਕ ਮਿਰਚ ਚੈੱਕ ਕਰਨਾ, ਕਿਉਂਕਿ ਇਸ ਟਾਈਮ ਅਸੀਂ ਇਹਦੇ ਅੰਦਰ ਨਮਕ ਮਿਰਚ ਪਾ ਸਕਦੇ ਹਾਂ। ਇਸ ਤੋਂ ਬਾਅਦ ਅਸੀਂ ਅਗਰ ਪਾਵਾਂਗੇ ਤਾਂ ਉਹ ਫਿਰ ਉਹਦੇ ਕੱਚੇਪਨ ਦੀ ਸਮੈਲ ਆਉਂਦੀ ਉਹਦੇ 'ਚੋਂ। ਹੁਣ ਅਸੀਂ ਇਹਨੂੰ 10 ਤੋਂ 15 ਮਿੰਟ ਤੱਕ ਭੁੰਨ ਲਾਂਗੇ। ਬਾਹਰ ਦਾ ਮੌਸਮ ਬਹੁਤ ਪਿਆਰਾ, ਅਸੀਂ ਤੁਹਾਨੂੰ ਉਹ ਦਿਖਾਵਾਂਗੇ। ਇਹ ਦੇਖੋ ਜੀ ਕਿੰਨੇ ਖੂਬਸੂਰਤ ਬਾਦਲ ਬਣੇ ਹੋਏ, ਬਿਲਕੁਲ ਬਾਰਿਸ਼ ਹੋਣ ਵਾਸਤੇ। ਇਹ ਦੇਖੋ ਤਿਆਰ। ਛੱਤ ਤੇ ਅਸੀਂ ਇਸ ਵਾਸਤੇ ਗਏ ਸੀ, ਸਾਨੂੰ ਇੱਕ ਅੱਧਾ ਚਾਹੀਦਾ ਸੀ ਕੋਇਲਾ, ਔਰ ਕੋਇਲੇ ਸਾਡੇ ਉੱਪਰ ਸਟੋਰ 'ਚ ਪਏ ਹੋਏ ਸੀ। ਇਹ ਦੇਖੋ ਜੀ, ਇਸ ਨੇ ਹੁਣ ਆਇਲ ਛੋੜਨਾ ਸ਼ੁਰੂ ਕਰ ਦਿੱਤਾ ਔਰ ਇਹ ਇਲਾਮਤ ਹੁੰਦੀ ਹੈ ਇਸ ਚੀਜ਼ ਦੀ ਕਿ ਤੁਹਾਡੀ ਹਾਂਡੀ ਦੀ ਭੁਨਾਈ ਜਿਹੜੀ ਹੈ ਬਿਲਕੁਲ ਠੀਕ ਹੋਈ ਹੈ ਔਰ ਬਿਲਕੁਲ ਹੁਣ ਇਹ ਤਿਆਰ ਹੋਣ ਵਾਲੀ ਹੈ। ਇਹ ਦੇਖੋ ਜੀ, ਥੋੜਾ ਦਿਨ ਅਸੀਂ ਹੋਰ ਭੁੰਨਾਂਗੇ। ਅੰਦਰ ਅਸੀਂ ਦੂਸਰੇ ਚੁੱਲ੍ਹੇ ਦੇ ਉੱਤੇ ਕੋਇਲਾ ਰੱਖ ਦਿੱਤਾ, ਕੋਇਲਾ ਗਰਮ ਹੋ ਜਾਏਗਾ। ਅਸੀਂ ਇਹਨੂੰ ਬਾਰਬੀਕਿਊ ਯਾਨੀ ਕਿ ਬਾਜ਼ਾਰ ਦੇ ਕੀਮੇ ਵਾਲੀ ਲੁੱਕ ਦੇਣ ਵਾਸਤੇ ਅਸੀਂ ਇਹਨੂੰ ਕੋਇਲੇ ਦਾ ਧੂੰਆਂ ਦਾਂਗੇ। ਤੁਸੀਂ ਸਭ ਨੇ ਜ਼ਰੂਰ ਦੱਸਣਾ ਤੁਹਾਨੂੰ ਮੇਰੀ ਇਹ ਰੈਸਿਪੀ ਕੈਸੀ ਲੱਗੀ ਔਰ ਤੁਸੀਂ ਇਹਨੂੰ ਜ਼ਰੂਰ ਪਕਾਉਣਾ। ਜਦੋਂ ਮੈਂ ਇਹਨੂੰ ਪਹਿਲੀ ਵਾਰੀ ਬਣਾਇਆ ਸੀ ਤਾਂ ਉਹਦੀ ਇਨਾਮ ਮੈਨੂੰ ਇਹ ਮਿਲਿਆ ਸੀ ਕਿ ਪੂਰੇ 6 ਮਹੀਨੇ ਤੱਕ ਮੈਂ ਕੀਮਾ ਬਣਾ ਕੇ ਖਿਲਾਇਆ। ਇਸ ਵਾਸਤੇ ਤੁਸੀਂ ਆਪਣੀ ਗਰੰਟੀ ਤੇ ਹਿੰਮਤ ਦੇ ਨਾਲ ਇਹ ਕੀਮਾ ਬਣਾਉਣਾ ਹੈ ਤੇ ਆਪਣੇ ਘਰ ਵਾਲਿਆਂ ਨੂੰ ਖਵਾਉਣਾ ਹੈ। ਇਹ ਦੇਖੋ ਜੀ, ਕੀਮੇ ਦੀ ਆਵਾਜ਼ ਤੋਂ ਤੇ ਇਹਦੀ ਸ਼ਕਲ ਤੋਂ ਤੁਹਾਨੂੰ ਪਤਾ ਲੱਗ ਰਿਹਾ ਹੋਏਗਾ ਕਿ ਅੱਛੀ ਤਰ੍ਹਾਂ ਭੁੰਨ ਗਿਆ ਹੈ। ਔਰ ਦੇਖੋ ਮੈਂ 2 ਮਿੰਟ ਨੂੰ ਚਮਚਾ ਛੋੜਾਂਗੀ ਤੇ ਇਹਨੇ ਆਇਲ ਵੀ ਬਿਲਕੁਲ ਛੋੜ ਦਿੱਤਾ। ਚਮਚਾ ਛੋੜਦੇ ਸਾਈਡ ਵਾਲੇ ਚੁੱਲ੍ਹੇ ਤੇ ਪਤੀਲਾ ਵੀ ਛੁੱਟ ਗਿਆ। ਇਹ ਦੇਖੋ ਜੀ, और देखो इन्हें साइडा तो ऑयल छोड़ना शुरू करता। ਇਹਦਾ मतलब है बिल्कुल भुन गया। इस तो ज़्यादा से नहीं भुनांगे वरना यह कीमा खुश्क हो जाएगा और जो ना अकड़ जाएगा। इधर असी अपना चूल्हा कर देंगे बंद और इस तो बाद असी देंगे कोयले का धुआं। कोयला साडा गर्म हो गया। कोयले का धुआं देने वास्ते असी रखने हैं एलमूनीयम फाइल। लेकिन मेरी कोशिश है कि असी तुहानूं वो तरीके दस्सिए जिहड़ियां चीज़ां घर मौजूद होण। उहदे वास्ते तुसीं इहदे ते रोटी का एक टुकड़ा रखोगे, उत्ते तुसीं रखोगे अपना गर्म किया होया कोयला। ਉਹਦੇ ਉੱਤੇ ਤੁਸੀਂ ਪਾਓਗੇ सिर्फ एक कतरा
ਆਇਲ ਦਾ ਤੇ ਬਸ ਇਹ ਢੱਕਣ ਦੇ ਉੱਤੇ। ਤੇ ਹੁਣ ਦੇਖੋ ਕੋਇਲੇ ਨੇ ਆਪਣਾ ਆਪ ਛੱਡਣਾ ਸ਼ੁਰੂ ਕਰ ਦਿੱਤਾ ਹੈ ਤੇ ਇਹਦੇ ਅੰਦਰ ਬਿਲਕੁਲ ਧੂਆਂ ਹੋ ਗਿਆ। ਇਸ ਤੋਂ ਮੈਨੂੰ ਤੁਸੀਂ ਕਮ ਸੇ ਕਮ 2 ਮਿੰਟ ਤੱਕ ਇਹਦੇ ਅੰਦਰ ਰੱਖਣਾ ਕੋਇਲੇ ਨੂੰ, ਤਾਂ ਕਿ ਅੱਛੀ ਤਰ੍ਹਾਂ ਬਾਰਬੀਕਿਊ ਦੀ ਖੁਸ਼ਬੂ ਇਹਦੇ ਅੰਦਰ ਆ ਜਾਵੇ। ਇਹ ਵੇਖੋ ਜੀ ਧੂਏ ਦੀ ਹੁਕਮਰਾਨੀ ਹੋ ਗਈ ਅੰਦਰ, ਧੂਆਂ ਹੋ ਗਿਆ ਸਾਡਾ ਕੀਮਾ। ਤਾਂ ਜਦੋਂ ਬਿਲਕੁਲ ਧੂਆਂ ਖਤਮ ਹੋਣਾ ਸ਼ੁਰੂ ਹੋ ਜਾਏਗਾ ਤੈਨੂੰ ਚੱਕਾਂਗੇ ਅਸੀਂ ਤੇ ਇਧਰ ਅੰਦਰ ਕੋਇਲਾ ਤੇ ਰੋਟੀ ਦਾ ਟੁਕੜਾ ਨਿਕਾਲ ਲਵਾਂਗੇ। ਚਲੋ ਜੀ ਇਹ ਦੇਖੋ ਧੂਆਂ ਖਤਮ ਹੋ ਗਿਆ ਸਾਰਾ। ਹੁਣ ਅਸੀਂ ਦਿੱਤਾ ਰੋਟੀ ਤੇ ਕੋਇਲਾ ਉਠਾ ਲਾਂਗੇ, ਇਹਨੂੰ ਸਾਈਡ ਤੇ ਕਰ ਦਾਂਗੇ। ਇਹ ਦੇਖੋ ਇਹ ਅੱਛੇ ਕੀਮੇ ਦੀ ਨਿਸ਼ਾਨੀ ਹੁੰਦੀ ਹੈ ਕਿ ਇਹਦੀ ਤਰੀ ਉੱਤੇ ਆ ਜਾਏ। ਚਲੋ ਇਹਨੂੰ ਹੁਣ ਅਸੀਂ ਬਾਉਲ ਵਿੱਚ ਪਾ ਕੇ ਪੇਸ਼ ਕਰਾਂਗੇ। ਮਜ਼ੀਦ ਅਸੀਂ ਇਹਦੇ ਅੰਦਰ ਉੱਤੇ ਕੁਝ ਵੀ ਨਹੀਂ ਪਾਵਾਂਗੇ ਕਿਉਂਕਿ ਅਸੀਂ ਇਹਦੇ ਅੰਦਰ ਹੀ ਬੜਾ ਕੁਝ ਪਾ ਦਿੱਤਾ, ਉੱਤੇ ਕੁਝ ਪਾਉਣ ਦੀ ਗੁੰਜਾਇਸ਼ ਨਹੀਂ ਹੈ। ਅਗਰ ਤੁਸੀਂ ਚਾਹੋ ਤਾਂ ਇਹਨੂੰ ਹਰੇ ਧਨੀਏ ਤੇ ਹਰੀ ਮਿਰਚ ਨਾਲ ਡੈਕੋਰੇਟ ਕਰੋ, ਕੱਟੇ ਬਰੀਕ ਅਦਰਕ ਨਾਲ ਡੈਕੋਰੇਟ ਕਰੋ। ਮੈਂ ਨਹੀਂ ਕਰਾਂਗੀ ਕਿਉਂਕਿ ਮੇਰੇ ਬੱਚੇ ਉਹ ਚੀਜ਼ਾਂ ਨਹੀਂ ਖਾਂਦੇ, ਉਹ ਉੱਤੋਂ ਤੇ ਵਿੱਚੋਂ ਫਿਰ ਕੱਢਦੇ ਹੀ ਰਹਿਣਗੇ। ਇਹ ਦੇਖੋ ਜੀ ਇਹ ਆ ਗਈ ਸਾਡੀ ਕੀਮੇ ਦੀ। ਇਹ ਜਨਾਬ ਸਾਡਾ ਬਹੁਤ ਹੀ ਖੱਟਾ ਤੇ ਸਪਾਈਸੀ ਕੀਮਾ ਤਿਆਰ ਹੋਇਆ। ਇਹਨੂੰ ਤੁਸੀਂ ਖਾਓ, ਇਹਨੂੰ ਟਰਾਈ ਕਰੋ ਤੇ ਕਮੈਂਟ ਬਾਕਸ ਵਿੱਚ ਮੈਨੂੰ ਦੱਸੋ ਤੁਹਾਨੂੰ ਕਿਹਦਾ ਲੱਗਿਆ ਔਰ ਮਜ਼ੀਦ ਤੁਸੀਂ ਕਿਹੜੀ ਰੈਸਿਪੀ ਸਿੱਖਣਾ ਚਾਹੁੰਦੇ ਹੋ। अस्सलामु अलैकुम रहमतुल्लाहि बरकातुहू। ਇਹ ਦੇਖੋ ਜੀ ਇਹ ਆ ਗਈ ਸਾਡੇ ਕੀਮੇ ਦੀ ਫਾਈਨਲ ਲੁੱਕ। ਸਾਡਾ ਕੀਮਾ ਬਿਲਕੁਲ ਰੈਡੀ ਹੈ, ਮਜ਼ੀਦ ਇਹਦੇ ਉੱਤੇ ਪਾਉਣ ਦੀ ਕੁਝ ਵੀ ਜ਼ਰੂਰਤ ਨਹੀਂ ਹੈ। ਇਸ ਕਦਰ ਟੇਸਟੀ ਬਣੇਗਾ ਕਿ ਖਾ ਕੇ ਤੁਹਾਨੂੰ ਮਜ਼ਾ ਆ ਜਾਏਗਾ।